ਵਾਹਿਗੁਰੂ ਸਾਹਿਬ ਜੀ। ਕਵਨ ਵਡਾਈ ਕਹਿ ਸਕੂੰ, ਬੇਅੰਤ ਗੁਣੀਤਾ ਕਰ ਕਿਰਪਾ ਮੋਹਿ ਨਾਮ ਦੇਹੁ। ਨਾਨਕ ਦਰ ਸਰਿਤਾ ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਗੋੜੀ ਬੈਰਾਗਣ ਰਵਿਦਾਸ ਜੀਓ। ਘਟ ਅਵਘਟ ਡੂਗਰ ਕਹਿਣਾ, ਇਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਕੋ ਬਣ ਜਾਰੋ ਰਾਮ ਕੋ, ਮੇਰਾ ਟਾਂਡਾ ਲਾਧਿਆ ਜਾਏ ਰੇ ਰਹਾਉ। ਹੋਂ ਬਣ ਜਾਰੋ ਰਾਮ ਕੋ, ਸਹਿਜ ਕਰੋ ਵਿਆਪਾਰ। ਮੈਂ ਰਾਮ ਨਾਮ ਧਨ ਲਾਧਿਆ, ਵਿਖ ਲਾਧੀ ਸੰਸਾਰ। ਉਰਵਾਰ ਪਾਰ ਕੇ ਦਾਨੀਆਂ, ਲਿਖ ਲਿਹੋ ਆਲ ਪਤਾਲ। ਮੋਹਿ ਜਮ ਡੰਡ ਨਾ ਲਾਗਈ, ਤਜਿਲੇ ਸਰਬ ਜੰਜਾਲ। ਜੈਸਾ ਰੰਗ ਕੁਸੰਭ ਕਾ, ਤੈਸਾ ਇਹ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ, ਕਹੋ ਰਵਿਦਾਸ ਚਮਾਰ। ਜੈਸਾ ਰੰਗ ਕੁਸੰਭ ਕਾ, ਤੈਸਾ ਇਹ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ, ਕਹੋ ਰਵਿਦਾਸ ਚਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਪਾਰ ਕਿਰਪਾ ਕੀਤੀ। ਸੰਧਿਆ ਵੇਲੇ ਗੁਰੂ ਗੋਦ ਗੁਰਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਲੜੀਵਾਰ ਵਿਚਾਰ ਅਧੀਨ ਭਗਤਾਂ ਦੀ ਬਾਣੀ ਨੂੰ ਵਿਚਾਰ ਰਹੇ ਹਾਂ। ਅੱਜ ਗੋੜੀ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ
ਜੋ ਮੰਗਲਾਚਰਨ ਰੂਪ ਦੇ ਵਿੱਚ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਪਾਵਨ ਅੰਕ 346 ਅਤੇ 347 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਆਓ ਸ਼ਬਦ ਵਿਚਾਰ ਨਾਲ ਜੁੜਾਂਗੇ। ਗੁਰਮੰਤਰ ਦੀ ਸਾਨ ਕਰੋ, ਪ੍ਰੇਮ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਇਹ ਪਾਵਨ ਸ਼ਬਦ ਗੌੜੀ ਰਾਗ ਦੇ ਵਿੱਚ ਬੈਰਾਗਨ ਗੌੜੀ ਦੀ ਕਿਸਮ ਹੈ। ਰਾਗ ਦੀ ਉਸ ਵਿੱਚ ਗਾਉਣ ਦਾ ਹੁਕਮ ਹੈ। ਗੌੜੀ ਬੈਰਾਗਨ ਰਵਿਦਾਸ ਜੀਓ। ਆਓ ਕਿ ਰਾਗ ਦਾ ਨਾਮ ਗੌੜੀ ਬੈਰਾਗਨ ਹੈ। ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਇਹ ਅੰਮ੍ਰਿਤ ਬਾਣੀ ਹੈ ਜੋ ਸ਼ਬਦ ਰੂਪ ਵਿੱਚ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲਾਚਰਨ ਹੈ। ਇਸ ਸ਼ਬਦ ਦੇ ਰਾਹੀਂ ਭਗਤ ਜੀ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਹਨ। ਆਖ ਰਹੇ ਹਨ, ਕੋ ਬਣ ਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਓ। ਇਸ ਸ਼ਬਦ ਦਾ ਕੇਂਦਰੀ ਭਾਵ ਹੈ। ਆਖਣ ਲੱਗੇ, ਕਹਿੰਦੇ ਕੋ ਵਣਜਾਰੋ। ਕੋ ਦਾ ਅਰਥ ਹੈ ਕੋਈ। ਵਣਜਾਰੇ ਦਾ ਅਰਥ ਹੁੰਦਾ ਹੈ ਵਣਜ ਕਰਨ ਵਾਲਾ ਵਪਾਰੀ। ਆਖਣ ਲੱਗੇ, ਕਹਿੰਦੇ ਹੇ ਭਾਈ, ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ, ਬਖਸ਼ਿਸ਼ ਦੇ ਨਾਲ, ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ। ਕੋ ਵਣਜਾਰੋ ਰਾਮ ਕੋ। ਰਾਮ ਦਾ ਅਰਥ ਹੁੰਦਾ ਰਮਿਆ ਹੋਇਆ, ਸੋਹਣਾ ਅਕਾਲ ਪੁਰਖ ਵਾਹਿਗੁਰੂ। ਆਖਣ ਲੱਗੇ ਕਿ ਸੋਹਣੇ ਪ੍ਰਭੂ ਦੀ ਕਿਰਪਾ ਨਾਲ, ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ, ਵਪਾਰ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤੇ ਆਖਣ ਲੱਗੇ ਮੇਰਾ ਟਾਂਡਾ ਲਾਦਿਆ ਜਾਏ ਰੇ, ਤਾਂ ਮੇਰਾ ਮਾਲ ਵੀ ਲੱਦਿਆ ਜਾ ਸਕੇ। ਆਓ ਕਿ ਕੋਈ ਐਸਾ ਵਪਾਰੀ ਮਿਲ ਜਾਏ, ਕੋਈ ਐਸਾ ਵਣਜ ਕਰਨ ਵਾਲਾ ਮਿਲ ਜਾਏ ਜਿਸ ਦੇ ਨਾਲ ਮੇਰਾ ਮਾਲ ਵੀ ਲੱਦਿਆ ਜਾ ਸਕੇ। ਜਿਵੇਂ ਕਈ ਵਾਰੀ ਅਸੀਂ ਦੇਖਦੇ ਹਾਂ, ਸੰਸਾਰੀ ਤੌਰ ਤੋਂ ਜਿਹੜੇ ਵਪਾਰੀ ਹੁੰਦੇ ਹਨ ਉਹ ਕਈ ਵਾਰੀ ਕੀ ਕਰਦੇ ਹਨ ਕਿ ਦੂਜੇ ਵਪਾਰੀਆਂ ਦੇ ਨਾਲ ਕੁਝ ਆਪਣਾ ਸਮਾਨ ਮੰਗਵਾ ਲੈਂਦੇ ਹਨ ਵੀ ਤੁਹਾਡਾ ਮਾਲ ਆ ਰਿਹਾ, ਨਾਲ ਸਾਡਾ ਵੀ ਮਾਲ, ਥੋੜ੍ਹਾ ਜਿਹਾ ਮਾਲ ਹੈ, ਤੁਸੀਂ ਨਾਲ ਹੀ ਲੱਦ ਲੈਣਾ, ਤਾਂ ਕਿ ਤੁਹਾਡੇ ਕਰਕੇ ਸਾਡਾ ਮਾਲ ਵੀ ਘਰ ਪਹੁੰਚ ਜਾਏਗਾ। ਕਿਉਂਕਿ ਕਈ ਵਾਰੀ ਅਸੀਂ ਦੇਖਦੇ ਦੁਨਿਆਵੀ ਤੌਰ ਤੋਂ ਜਿਹੜੇ ਵਣਜ ਕਰਨ ਵਾਲੇ ਨੇ, ਵਪਾਰੀ ਲੋਕ ਨੇ, ਉਹਨਾਂ ਕੋਲ ਸਮਾਨ ਘੱਟ ਹੁੰਦਾ ਹੈ ਅਤੇ ਪੈਸੇ ਤਾਂ ਉਤਨੇ ਹੀ ਲੱਗਣੇ ਹਨ, ਭਾਵੇਂ ਕੋਈ ਟਰੱਕ ਭਰ ਕੇ ਲੈ ਕੇ ਆਵੇ, ਭਾਵੇਂ ਥੋੜ੍ਹਾ ਸਮਾਨ ਲੈ ਕੇ ਆਵੇ, ਅਤੇ ਉਹ ਦੂਜੇ ਨਾਲ ਸਾਂਝ ਬਣਾ ਲੈਂਦੇ ਹਨ, ਦੂਜੇ ਵਪਾਰੀਆਂ ਦੇ ਨਾਲ, ਵੀ ਤੁਹਾਡੇ ਸਮਾਨ ਦੇ ਨਾਲ ਸਾਡਾ ਸਮਾਨ ਵੀ ਆ ਜਾਵੇਗਾ। ਇਸ ਤਰ੍ਹਾਂ ਹੀ ਭਗਤ ਰਵਿਦਾਸ ਜੀ ਆਖ ਰਹੇ ਨੇ ਕਿ ਕੋਈ ਐਸਾ ਵਪਾਰੀ, ਵਣਜ ਕਰਨ ਵਾਲਾ ਪ੍ਰਭੂ ਦੇ ਨਾਮ ਦਾ, ਕਹਿੰਦੇ ਕੋਈ ਐਸਾ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਵੀ ਲੱਦਿਆ ਜਾ ਸਕੇ। ਆਓ ਕੀ ਹੈ। ਆਖਣ ਲੱਗੇ ਕਿ ਗੁਰਮੁਖ ਦੀ ਸਹਾਇਤਾ ਦੇ ਨਾਲ ਮੈਂ ਵੀ ਹਰ ਨਾਮ ਰੂਪ ਮਾਲ ਦਾ ਵਣਜ ਕਰ ਸਕਾਂ। ਆਓ ਕਿ ਕੋਈ ਸਾਥੀ ਬਣ ਜਾਏ ਜਿਹੜਾ ਸਮਾਨ ਲੱਦ ਕੇ ਲੈ ਕੇ ਆਉਂਦਾ ਹੈ, ਉਹਦੇ ਨਾਲ ਮੇਰਾ ਸਮਾਨ ਵੀ ਲੱਦਿਆ ਜਾਏ। ਭਾਵ ਕਿ ਕੋਈ ਨਾਮ ਦਾ ਵਪਾਰੀ ਮੈਨੂੰ ਮਿਲ ਜਾਏ ਅਤੇ ਉਸਦੀ ਸੰਗਤ ਕਰਕੇ ਮੈਨੂੰ ਵੀ, ਕਹਿੰਦੇ ਨੇ, ਸਮਾਨ ਲੱਦਣ ਦੇ ਵਿੱਚ ਥੋੜ੍ਹੀ ਸਹੂਲਤ ਹੋ ਜਾਏ, ਸਹਾਇਤਾ ਮਿਲ ਜਾਏ, ਮਦਦ ਮਿਲ ਜਾਏ। ਕਿਉਂਕਿ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਗੁਰਮੁਖ ਨਾਮ ਜਪਦੇ ਨੇ
ਉਹਨਾਂ ਨੂੰ ਦੇਖ ਕੇ ਕਈ ਵਾਰੀ ਦੂਜਾ ਬੰਦਾ ਵੀ ਜਪਣਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਹੀ ਗੁਰਬਾਣੀ ਕਹਿੰਦੀ ਹੈ ਕਿ ਗੁਰਮੁਖਾਂ ਦੀ ਸੰਗਤ ਕਰਿਆ ਕਰ, ਤਾਂ ਕਿ ਤੂੰ ਵੀ ਨਾਮ ਜਪ ਸਕੇ। ਕਿਉਂਕਿ ਸੰਸਾਰ ਦੇ ਵਿੱਚ ਜਿਉਂਦਿਆਂ ਹੋਇਆਂ ਨਾ ਸਾਡਾ ਮਨ ਉਹੀ ਕੁਛ ਕਬੂਲ ਕਰਦਾ ਜੋ ਦੇਖਦਾ ਹੈ। ਜੇ ਇਹ ਮਾੜੇ ਬੰਦਿਆਂ ਨੂੰ ਦੇਖੇਗਾ, ਮਾੜੇ ਬੰਦਿਆਂ ਦੀ ਸੰਗਤ ਕਰੇਗਾ, ਤੇ ਇਹ ਜਿਹੜੇ ਔਗੁਣ ਹੈ ਉਹ ਕਬੂਲ ਕਰ ਲਏਗਾ ਸਾਡਾ ਮਨ। ਜੇ ਇਹ ਚੰਗਿਆਂ ਦੀ ਸੰਗਤ ਕਰੇਗਾ, ਨਾਮ ਦੇ ਵਣਜ ਕਰਨ ਵਾਲਿਆਂ ਦੀ ਸੰਗਤ ਕਰੇਗਾ, ਤੇ ਇਹ ਵੀ ਉਹਨਾਂ ਨੂੰ ਦੇਖ ਕੇ ਨਾਮ ਦਾ ਵਪਾਰੀ ਬਣ ਜਾਏਗਾ। ਕਿਉਂਕਿ ਇੱਕ ਦੂਜੇ ਨੂੰ ਦੇਖ ਕੇ ਚਾਅ ਚੜ੍ਹਦਾ ਹੈ ਕਿ ਮੈਂ ਕਿਹੜੇ ਕੰਮ ਕਰਨੇ ਹਨ, ਕਿੱਦਾਂ ਦਾ ਜੀਵਨ ਬਣਾਉਣਾ ਹੈ। ਇਸ ਕਰਕੇ ਭਗਤ ਜੀ ਆਖਣ ਲੱਗੇ ਕਿ ਕੋਈ ਗੁਰਮੁਖ ਮਿਲ ਜਾਏ, ਸਹਾਇਤਾ ਕਰਨ ਵਾਲਾ, ਮਦਦ ਕਰਨ ਵਾਲਾ, ਮੈਂ ਵੀ ਹਰੀ ਪਰਮਾਤਮਾ ਦੇ ਨਾਮ ਦਾ ਜਿਹੜਾ ਵਣਜ ਮਾਲ ਹੈ ਉਹ ਵਣਜ ਕਰ ਸਕਾਂ, ਉਹ ਮਾਲ ਲੱਦ ਸਕਾਂ, ਆਪਣੇ ਜੀਵਨ ਦੇ ਵਿੱਚ ਇਕੱਠਾ ਕਰ ਸਕਾਂ। ਜੇ ਕੋਈ ਐਸਾ ਮਿਲ ਜਾਏ, ਕੋਈ ਸਾਥੀ ਬਣ ਜਾਏ। ਕਿਉਂਕਿ ਇਹ ਜਿਹੜਾ ਰੰਗ ਹੈ ਨਾ, ਇਹ ਸੰਗਤ ਵਿੱਚ ਆਉਣ ਦੇ ਨਾਲ ਹੀ ਲੱਗਦਾ ਹੈ। ਇੱਕ ਦੂਜੇ ਦੀ ਮਦਦ ਦੇ ਨਾਲ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਭਗਤ ਰਵਿਦਾਸ ਜੀ ਆਖਣ ਲੱਗੇ ਕਿ ਕੋਈ ਐਸਾ ਬਣ ਜਾ, ਐਸਾ ਵਪਾਰੀ, ਐਸਾ ਨਾਮ ਜਪਣ ਵਾਲਾ ਮਿਲ ਜਾਏ ਜਿਹੜਾ ਨਾਮ ਨੂੰ ਜਪਦਾ ਹੈ, ਮੈਂ ਵੀ ਉਸਦੀ ਸੰਗਤ ਵਿੱਚ ਨਾਮ ਜਮਾਂ, ਨਾਮ ਦਾ ਵਪਾਰ ਕਰਾਂ। ਫਿਰ ਆਖਣ ਲੱਗੇ ਪਹਿਲੇ ਬੰਦ ਵਿੱਚ, ਕਹਿੰਦੇ ਘਟ ਅਵ ਘਟ ਡੂਗਰ ਘਣਾ। ਇਹਨੂੰ ਪਾਠ ਡੂੰਗਰ ਨਹੀਂ ਕਰਾਂਗੇ, ਡੂਗਰ। ਡੂਗਰ ਦਾ ਅਰਥ ਹੁੰਦਾ ਪਹਾੜੀ ਰਸਤਾ, ਘਣਾ ਦਾ ਅਰਥ ਹੈ ਬਹੁਤ ਜ਼ਿਆਦਾ। ਆਖਣ ਲੱਗੇ ਘਟ ਅਵਗਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਆਖਣ ਲੱਗੇ ਜਿਨੀ ਰਾਹੀਂ ਪ੍ਰਭੂ ਦੇ ਨਾਮ ਦਾ ਸੋਧਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੱਗਣਾ ਹੈ ਨਾ, ਜਿਨ੍ਹਾਂ ਰਾਹਾਂ 'ਤੇ, ਜਿਨ੍ਹਾਂ ਰਸਤਿਆਂ 'ਤੇ, ਜਿਸ ਰਸਤੇ 'ਤੇ ਆਪਾਂ ਜਾਣਾ ਹੈ। ਭਗਤ ਰਵਿਦਾਸ ਜੀ ਆਖਣ ਲੱਗੇ, ਕਹਿੰਦੇ ਉਹ ਰਸਤਾ ਬੜੇ ਔਖੇ ਸਫ਼ਰ ਵਾਲਾ ਹੈ, ਉਹ ਕਿ ਬੜਾ ਔਖਾ ਹੈ, ਪਹਾੜੀ ਰਸਤੇ ਵਾਲਾ ਹੈ, ਜਿਸ ਰਸਤੇ 'ਤੇ ਜਾਣਾ ਹੈ। ਦੇਖੋ ਨਾ, ਪਹਾੜੀ ਰਸਤਾ ਹੋਵੇ ਤੇ ਮਨੁੱਖ ਹੋਵੇ ਕਮਜ਼ੋਰ, ਉਸਦੇ ਉੱਤੇ ਚੜ੍ਹਨਾ ਔਖਾ ਹੈ। ਇਸ ਤਰ੍ਹਾਂ ਹੀ ਕਹਿ ਰਹੇ ਨੇ, ਕਹਿੰਦੇ ਇੱਕ ਨਿਰਗੁਣ ਬੈਲ ਹਮਾਰ। ਨਿਰਗੁਣ ਦਾ ਅਰਥ ਹੁੰਦਾ ਕਮਜ਼ੋਰ। ਆਖਣ ਲੱਗੇ ਮੇਰਾ ਮਨ ਰੂਪੀ ਜਿਹੜਾ ਬਲਦ ਹੈ ਨਾ, ਇਹ ਬੜਾ ਕਮਜ਼ੋਰ ਹੈ, ਬੜਾ ਮਾੜਾ ਹੈ। ਪਹਾੜਾ ਜਿਹੜਾ ਰਸਤਾ ਹੈ ਉਹ ਵਿਖੜਾ ਹੈ, ਬੜਾ ਔਖਾ ਰਸਤਾ ਹੈ। ਜਿਹੜਾ ਇਹ ਰਸਤੇ ਦੀ ਗੱਲ ਚੱਲ ਰਹੀ ਹੈ ਨਾ, ਰੂਹਾਨੀ ਜੀਵਨ ਦੀ, ਤਾਂ ਇਹ ਰਸਤਾ ਬੜਾ ਔਖਾ ਹੈ, ਇਹ ਚਾਲ ਵੀ ਬੜੀ ਔਖੀ ਹੈ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ। ਵਿਖਮ ਮਾਰਗ ਹੈ। ਕਿਉਂਕਿ ਇਹ ਵਿਖਮ ਮਾਰਗ ਸਤਿਗੁਰ ਨੇ, ਇਹ ਵਿਖਮ ਮਾਰਗ ਤਾਂ ਹੈ ਕਿਉਂਕਿ ਲਵ, ਲੋਭ, ਅਹੰਕਾਰ, ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਤੇ ਇਹ ਕੰਮ ਤਾਂ ਛੱਡੇ ਨਹੀਂ ਜਾਂਦੇ। ਨਾ ਲਵ ਛੱਡਿਆ ਜਾਂਦਾ, ਨਾ ਲਾਲਚ ਛੱਡਿਆ ਜਾਂਦਾ, ਨਾ ਮੋਹ ਛੱਡਿਆ ਜਾਂਦਾ, ਨਾ ਅਹੰਕਾਰ ਛੱਡਿਆ ਜਾਂਦਾ, ਨਾ ਹੀ ਮਨੁੱਖ ਘੱਟ ਬੋਲਦਾ ਹੈ। ਸਗੋਂ ਮਨੁੱਖ ਕੋਲ ਜੋ ਵੀ ਨਹੀਂ ਹੈ ਉਹ ਵੀ ਮਨੁੱਖ ਦੱਸਦਾ ਹੈ, ਵਧਾ ਚੜਾ ਕੇ ਦੱਸਦਾ ਹੈ, ਮੇਰੇ ਕੋਲ ਇਹ ਹੈ, ਮੇਰੇ ਕੋਲ ਇਹ ਹੈ। ਇਸ ਦਾ ਅਰਥ ਹੈ ਕਿ ਮਨੁੱਖ ਜਿਹੜਾ ਹੈ ਅਹੰਕਾਰ ਦੇ ਵਿੱਚ ਬੋਲਦਾ ਹੈ, ਅਹੰਕਾਰ ਦੇ ਵਿੱਚ। ਇਸ ਕਰਕੇ ਕਹਿੰਦੇ ਇਹ ਰਸਤਾ ਬੜਾ ਔਖਾ ਹੈ, ਵਿਖਮ ਹੈ। ਕਿਉਂਕਿ ਖੰਨਿਓ ਤਿੱਖੀ ਬਾਲੋ ਨਿੱਕੀ, ਏਤ ਮਾਰਗ ਜਾਣਾ। ਖੰਡੇ ਨਾਲੋਂ ਤਿੱਖਾ ਹੈ, ਬਾਲ ਨਾਲੋਂ ਬਰੀਕ ਹੈ, ਇਸ ਮਾਰਗ 'ਤੇ ਜਾਣਾ ਵਿਖੜਾ ਮਾਰਗ ਹੈ। ਔਰ ਭਗਤ ਰਵਿਦਾਸ ਜੀ ਆਖਦੇ ਨੇ ਜਿਹੜਾ ਮੇਰਾ ਇਹ ਮਨ ਰੂਪੀ ਬੈਲ ਹੈ ਨਾ, ਇਹ ਮਨ ਰੂਪੀ ਜਿਹੜਾ ਬੈਲ ਹੈ ਇਹ ਬੜਾ ਮਾੜਾ ਹੈ, ਗੁਣਹੀਨ ਹੈ, ਗੁਣਾਂ ਤੋਂ ਸਖਣਾ ਹੈ। ਇੱਕ ਨਿਰਗੁਣ ਬੈਲ ਹਮਾਰ, ਭਾਵ ਕਿ ਮੇਰਾ ਮਨ ਬਲਦ ਮਾੜਾ ਜਿਹਾ ਹੈ, ਕਮਜ਼ੋਰ ਜਿਹਾ ਹੈ। ਦੇਖੋ ਨਾ, ਆਪਣੇ ਮਨ ਦੀ ਅਸੀਂ ਹਾਲਤ ਦੇਖੀਏ ਤੇ ਇਹ ਬੜਾ ਕਮਜ਼ੋਰ ਹੈ। ਕੋਈ ਦੁੱਖ ਆ ਜਾਏ ਉਸ ਵੇਲੇ ਹੀ
ਇਹ ਦੁਖੀ ਹੋ ਜਾਂਦਾ ਹੈ। ਕੋਈ ਘਾਟਾ ਪੈ ਜਾਏ ਇਸ ਵੇਲੇ ਇਹ ਘਬਰਾ ਜਾਂਦਾ ਹੈ। ਕਿਤਨਾ ਮਾੜਾ ਮਨ ਸਾਡਾ। ਕੋਈ ਘਟਨਾ ਵਾਪਰਤਾ ਜਾਏ ਜੀਵਨ ਦੇ ਵਿੱਚ, ਉਸ ਵੇਲੇ ਸਾਡਾ ਮਨ ਉਸ ਰਸਤੇ ਨੂੰ ਤਿਆਗ ਦਿੰਦਾ ਹੈ। ਇਸ ਕਰਕੇ ਦੇਖੋ ਕਿਤਨੇ ਬੰਦੇ ਨੇ ਜਿਹੜੇ ਕਹਿੰਦੇ ਨੇ ਵੀ ਇਹ ਕੰਮ ਸਾਡੇ ਕੋਲੋਂ ਨਹੀਂ ਹੋਣਾ, ਅਸੀਂ ਜੀ ਨਾਮ ਨਹੀਂ ਜਪ ਸਕਦੇ, ਅਸੀਂ ਬਾਣੀ ਨਹੀਂ ਪੜ੍ਹ ਸਕਦੇ। ਕਿਉਂ? ਕਿਉਂਕਿ ਛੋਟੇ ਜਿਹੀਆਂ ਗੱਲਾਂ ਤੋਂ ਹੀ ਉਹ ਡਰ ਜਾਂਦੇ ਹਨ, ਘਬਰਾ ਜਾਂਦੇ ਹਨ। ਇਹ ਤਾਂ ਐਸਾ ਰਸਤਾ ਹੈ ਜਿੱਥੇ ਕਿ ਸੁੱਖ ਆਵੇ, ਦੁੱਖ ਆਵੇ, ਖੁਸ਼ੀ ਗਮੀ ਔਰ ਚੱਲਦੇ ਰਹਿਣਾ ਕਿ। ਪਰ ਸਾਡੇ ਕੋਲੋਂ ਤੇ ਨਹੀਂ ਚੱਲਿਆ ਜਾਂਦਾ, ਸਾਡੀ ਸੁਰਤ ਤਾਂ ਨਹੀਂ ਚੱਲਦੀ, ਸਾਡੀ ਸੁਰਤ ਤਾਂ ਟੁੱਟ ਜਾਂਦੀ ਹੈ। ਇਸ ਕਰਕੇ ਭਗਤ ਜੀ ਆਖ ਰਹੇ ਨੇ, ਕਹਿੰਦੇ ਨੇ ਮੇਰਾ ਜਿਹੜਾ ਮਨ ਰੂਪੀ ਬਲਦ ਹੈ ਨਾ, ਇਹ ਬੜਾ ਮਾੜਾ ਹੈ, ਕਮਜ਼ੋਰ ਹੈ, ਔਰ ਉਹ ਰਸਤਾ ਬੜਾ ਵਿਖਮ ਹੈ, ਪਹਾੜੀ ਰਸਤਾ ਹੈ, ਔਖਾ ਰਸਤਾ ਹੈ। ਜਿਸ ਰਸਤੇ ਤੇ ਜਾਣਾ ਹੈ, ਇਹ ਸਮਾਨ ਲੱਦ ਕੇ ਲੈ ਕੇ ਜਾਣਾ, ਨਾਮ ਰੂਪੀ ਸਮਾਨ। ਕਦੇ ਵਿਚਾਰ ਕਰਕੇ ਵੇਖਿਓ ਕਿ ਜੇ ਨਾਮ ਨੂੰ ਖੱਟਣਾ ਹੋਵੇ, ਨਾਮ ਨੂੰ ਇਕੱਠਾ ਕਰਨਾ ਹੋਵੇ, ਨਾਮ ਨੂੰ ਲੱਦ ਕੇ ਆਪਣੀ ਸੁਰਤ ਤੇ ਅੱਗੇ ਜਾਣਾ ਹੋਵੇ ਤੇ ਕਿਤਨਾ ਬਰੀਕ ਰਸਤਾ ਹੈ, ਕਿਤਨੀ ਸਾਵਧਾਨੀ ਚਾਹੀਦੀ ਹੈ। ਤਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨੀ ਚਾਹੀਦੀ ਹੈ, ਇਕਾਗਰ ਚਿੱਤ ਚਾਹੀਦਾ ਹੈ। ਤੇ ਮਾਫ਼ ਕਰਨਾ, ਇਸ ਰਸਤੇ ਤੇ ਤੁਰਨਾ ਇਸ ਕਰਕੇ ਔਖਾ। ਆਪਾਂ ਦੇਖਦੇ ਹਾਂ, ਆਪਾਂ ਰੋਜ਼ ਹੀ ਕਿ ਗੁਰਦੁਆਰੇ ਵਿੱਚ ਕੋਈ ਮੱਥਾ ਟੇਕਣ ਆ ਰਿਹਾ, ਸਾਡੀ ਸੁਰਤ ਉਸ ਵੇਲੇ ਟੁੱਟ ਜਾਂਦੀ ਹੈ। ਅਸੀਂ ਉਸਨੂੰ ਦੇਖਣ ਲੱਗ ਪੈਂਦੇ ਹਾਂ। ਕੋਈ ਬੱਚਾ ਅੱਗੇ ਆ ਗਿਆ ਤਾਂ ਹੀ ਸਾਡੀ ਸੁਰਤ ਟੁੱਟ ਗਈ। ਕਈ ਵਾਰੀ ਮੈਨੂੰ ਕਹਿੰਦੇ ਨੇ ਵੀ ਤੁਸੀਂ ਕਥਾ ਕਰਦੇ ਹੋ ਤੇ ਬੱਚੇ ਕਈ ਵਾਰੀ ਤੁਹਾਡੇ ਕੋਲ ਪਹੁੰਚ ਜਾਂਦੇ ਨੇ, ਤੇ ਮੈਂ ਕਈ ਵਾਰੀ ਆਖਦਾ, ਆਪਣਾ ਕੰਮ ਅੱਗੇ ਦਾ ਹੋਣਾ ਚਾਹੀਦਾ। ਬੱਚਿਆਂ ਦਾ ਕੰਮ ਖੇਡਣਾ ਹੀ ਹੈ ਨਾ। ਅਸੀਂ ਵੱਡੇ ਹੋ ਗਏ ਤੇ ਅਸੀਂ ਅਜੇ ਤੱਕ ਵੀ ਆਪਣੀ ਸੁਰਤ ਨੂੰ ਨਹੀਂ ਸੰਭਾਲ ਸਕੇ। ਬੱਚੇ ਆਏ ਨੇ ਗੁਰਦੁਆਰੇ, ਉਹਨਾਂ ਨੂੰ ਛੱਡ ਦਿਓ ਉਹਨਾਂ ਦੇ ਕੰਮ ਤੇ ਆਪ ਧਿਆਨ ਕਰੋ ਗੁਰੂ ਸ਼ਬਦ ਵਿੱਚ। ਜਦ ਕੋਈ ਜ਼ਿਆਦਾ ਬੱਚਾ ਸ਼ਰਾਰਤੀ ਹੈ ਤੇ ਉਹ ਪਿੱਛੇ ਲੈ ਕੇ ਬੱਚਿਆਂ ਨੂੰ ਬਹਿ ਜਾਣ, ਤਾਂ ਕਿ ਬਾਕੀ ਸੰਗਤ ਦਾ ਧਿਆਨ ਨਾ ਟੁੱਟੇ। ਨਹੀਂ, ਆਪਣੀ ਸੁਰਤ ਨੂੰ ਅਸੀਂ ਇਤਨੀ ਪੱਕੀ ਕਰੀਏ ਕਿ ਕੋਈ ਸਾਡੇ ਕੋਲ ਨੂੰ ਲੰਘੇ ਤੇ ਸਾਡੀ ਸੁਰਤ ਨਾ ਖਿੰਡੇ, ਸਾਡੀ ਸੁਰਤ ਨਾ ਟੁੱਟੇ। ਪਰ ਹੈਰਾਨੀ ਦੀ ਗੱਲ ਹੈ, ਦਰਵਾਜ਼ੇ 'ਚ ਅਜੇ ਕੋਈ ਆਉਂਦਾ ਨਹੀਂ, ਸਾਡੀਆਂ ਅੱਖਾਂ ਪਹਿਲਾਂ ਖੁੱਲ੍ਹ ਜਾਂਦੀਆਂ, ਸਾਡੀ ਇਕਾਗਰਤਾ ਉਸ ਵੇਲੇ ਭੰਗ ਹੋ ਜਾਂਦੀ ਹੈ, ਸਾਡੀ ਸਾਵਧਾਨਤਾ ਜਿਹੜੀ ਉਸ ਵੇਲੇ ਚਲੀ ਜਾਂਦੀ ਹੈ। ਕਿਤਨਾ ਔਖਾ ਮਾਰਗ ਹੈ ਕਿ ਉਸ ਮਾਲਕ ਦੇ ਘਰ ਵੱਲ ਜਾਣਾ ਸੌਖਾ ਨਹੀਂ ਹੈ, ਕਿਉਂਕਿ ਇਸ ਦੇ ਵਿੱਚ ਸੁਰਤ ਨੂੰ ਇਕਾਗਰ ਚਿੱਤ ਰੱਖਣਾ, ਸਾਵਧਾਨੀ ਰੱਖਣੀ। ਔਰ ਇਹ ਸਾਵਧਾਨੀ ਇੱਦਾਂ ਦੀ ਹੈ ਨਾ, ਜਿਸ ਦਿਨ ਬੱਚਾ ਪਹਿਲੇ ਦਿਨ ਮਾਂ ਪਿਓ ਨੂੰ ਜਦੋਂ ਜਿੱਦ ਕਰਦਾ ਹੈ ਵੀ ਸਾਈਕਲ ਲੈ ਕੇ ਦਿਓ, ਮਾਂ ਪਿਓ ਲੈ ਕੇ ਦੇ ਦਿੰਦੇ ਹਨ। ਪਰ ਜਦੋਂ ਉਹ ਸਾਈਕਲ ਚਲਾਉਣਾ ਸਿੱਖਦਾ ਹੈ ਨਾ, ਤਾਂ ਉਸ ਵੇਲੇ ਉਹ ਬੜਾ ਸਾਵਧਾਨ ਹੁੰਦਾ ਹੈ, ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦਾ, ਕਿਉਂਕਿ ਉਸਨੂੰ ਪਤਾ ਹੈ ਜੇ ਕਿਤੇ ਮੇਰਾ ਧਿਆਨ ਟੁੱਟਿਆ ਨਾ ਤੇ ਸਾਈਕਲ ਵੀ ਟੁੱਟੇਗਾ ਤੇ ਮੈਂ ਵੀ ਟੁੱਟਾਂਗਾ। ਬੜਾ ਇਕਾਗਰ ਹੁੰਦਾ ਹੈ। ਪਰ ਹੈਰਾਨੀ ਦੀ ਗੱਲ, ਨਾਮ ਜਪਣ ਵਾਲੇ ਲੋਕ ਉਤਨੇ ਇਕਾਗਰ ਨਹੀਂ। ਔਰ ਇਹ ਵਿਚਾਰ ਕਰ ਲੈਣੀ ਚਾਹੀਦੀ, ਇਹ ਹਰ ਰੋਜ਼ ਜਦੋਂ ਅਸੀਂ ਬਾਣੀ ਪੜ੍ਹਨੀ, ਗੁਰਦੁਆਰੇ ਆਉਣਾ, ਸਤਸੰਗਤ ਵਿੱਚ ਬਹਿਣਾ, ਇਹ ਇਸ ਤਰ੍ਹਾਂ ਜਿਵੇਂ ਅੱਜ ਪਹਿਲੇ ਦਿਨ ਅਸੀਂ ਸਾਈਕਲ ਚਲਾਉਣੀ ਸਿੱਖ ਰਹੇ ਹਾਂ। ਸਾਵਧਾਨ, ਇਕਾਗਰ ਹੋ ਕੇ। ਜੇ ਇਕਾਗਰਤਾ ਨਹੀਂ ਹੈ, ਇਕਾਗਰਤਾ ਭੰਗ ਹੋ ਗਈ ਤਾਂ ਸੁਰਤ ਟੁੱਟ ਜਾਏਗੀ। ਅੰਦਰਲਾ ਜਿਹੜਾ ਹੈ ਉਹ ਮਰ ਜਾਏਗਾ। ਜਿਹੜੀ ਸੁਰਤ ਕਰਕੇ ਅਸੀਂ ਗੁਰੂ ਦੇ ਨੇੜੇ ਹੁੰਦੇ ਆ ਨਾ, ਜੇ ਸੁਰਤ ਟੁੱਟ ਗਈ ਤਾਂ ਅਸੀਂ ਗੁਰੂ ਤੋਂ ਦੂਰ ਚਲੇ ਜਾਵਾਂਗੇ। ਇਸ ਕਰਕੇ ਇਹ ਸੁਰਤੀ ਦਾ ਮਾਰਗ ਕਿਹਾ ਗੁਰੂ ਸਾਹਿਬ ਜੀ ਨੇ। ਬੜੀ ਇਕਾਗਰਤਾ, ਬੜੀ ਸਾਵਧਾਨਤਾ ਚਾਹੀਦੀ ਹੈ। ਇਸ ਕਰਕੇ ਭਗਤ ਰਵਿਦਾਸ ਜੀ ਆਖ ਰਹੇ ਨੇ, ਇਹ ਭਾਈ ਇੱਕ ਪਹਾੜੀ ਰਸਤਾ ਹੈ,
जिस रस्ते दे राही नाम नूं लद के लैके जाना है। बड़े औखे पहाड़ी रस्ते हैं ये, जिस रस्ते ते साडी सुरत ने लंघना है। ते मन रूपी जिहड़ा बलद है कमज़ोर है। कमज़ोर दा ते वैसे चढ़ना पहाड़ी ते औखा है ना, ते साडा मन हुण इस रस्ते ते किवें चढ़े। फिर कहन लगे, रमैये स्यों एक बेनती, मेरी पूंजी राख मुरार। आखन लगे, कहंदे उस प्यारे प्रभु अगे मेरी अरजोई है, मेरी बेनती है। देखो ना, जे आपां कमज़ोर होइए, जे असीं समझिए कि असीं निर्गुणयार हाँ, साडा मन गुणहीन है, तो फिर तो वाहिगुरू जी की मदद लैनी चाहिए है ना। ये सच्चे पातशाह साडा मन नहीं तुरदा इस रस्ते ते, ये बड़ा औखा मार्ग है। वाहिगुरू जी तुसी मदद करो साडी, तुसी साडी मदद करो, साडे नाल तुसी तुरो, साडी सुरत एकागर रवे। ये जिहड़ा निर्गुण बैल है ना, ये चढ़ सके। इस करके एक बेनती है, हे वाहिगुरू जी तेरे चरनां विच रमैये स्यों एक बेनती, मेरी पूंजी राख मुरार। आखन लगे, हे मेरे प्रभु, मुरार का अर्थ है हे मुर नामक दैत नूं मारन वाले मुरारी। हे प्रभु, मेरी रास पूंजी दी तू आप रखिया कर। जो तेरी रास पूंजी है ना मेरे को, इसकी रखिया कर। असी खटदे तां बड़ी हाँ, रास पूंजी पाठ करके, कीर्तन सुन के, कथा सुन के, पर माफ़ करना रखिया नहीं कर पाते, लुटी जाती। रोज़ आउंदे हैं, खटदे हाँ, पौड़ियाँ उतरते हाँ, ये रास पूंजी जिहड़ी है ना, इसकी रखिया नहीं हो पाती। और गुरबाणी कहती है, जे को खावै जे को पुंचै तिसका होए उधारो। जे कोई खा के उन्होंने पचा लवे, उधार उसका होना। खा तां लैंदे हाँ असीं, पाठ सुनिया अंदर गया ना, कीर्तन सुनिया, बाणी नूं असीं अंदर इस पदार्थ नूं, बाणी रूपी नूं असीं खाधा, कन्नां नाल सुनिया तां अंदर गया। पर असीं की करदे हां, सुन के इस नूं अंदर सुरत दे विच पचाना सी, सुरत तक ये पहुँचती नहीं है, सुरत दे विच टिकदी नहीं है। इस करके जो कहन लगे भगत जी कि हे प्रभु, भी तेरे अगे अरजोई है, अरदास है, बेनती है, मेरी ये रास पूंजी दी तू आप रखिया कर, क्योंकि मैं कर नहीं पा रहा। रास पूंजी इकट्ठी करदा हाँ, पर ये जिहड़े लुटेरे ने ना, ये लुट लैंदे ने। हर रोज़ नाम जपदा है, नालों नाल लुटिया जाता है, क्योंकि ये लुटेरे अंदर बैठे ने। इस देही में पंच चोर वसैं, काम क्रोध लोभ मोह अहंकारा। ये जिहड़े चोर बैठे ना, बाहरों चोर आवे तो असी फिर पता कर लेंदे हैं, पर अंदरले चोर का तो सानू पता ही नहीं लगता। कदों ये चीज़ां चोरी करके लै गई जो असी धन खटिया सी नाम रूपी। काम चोरी करके लै गया, क्रोध चोरी करके लै गया, मोह चोरी करके लै गया, लोभ चोरी करके लै गया, अहंकार लै गया, पता नहीं चलता। ये लुट लैंदे ने नाम धन। इस करके जदों ये खतरा होवे ना कि ये नाम धन, ये शुभ गुण ये लुटे जा रहे हैं, तो गुरु चरनां 'च फिर अरदास करनी बनती है, फरियाद करनी बनती है कि सच्चे पातशाह तू आप कृपा कर, इस रास पूंजी नूं दी रखिया तू आप कर, इस राज पूंजी की मेरी रखिया कर, मेरे वाहिगुरू मेरे ते कृपा कर। तेरे चरनां 'च अरदास है, तेरे चरनां 'च बेनती है, तेरे चरनां 'च अरजोई है।
ਕਿਉਂਕਿ ਗੁਰਬਾਣੀ ਕਹਿੰਦੀ ਹੈ, ਕੀਤਾ ਲੋੜੀਐ ਕੰਮ ਸੋ ਹਰਿ ਭੈ ਆਖੀਐ, ਕਾਰਜ ਦੇਹ ਸਵਾਰ ਸਤਿਗੁਰ ਸਚ ਸਾਖੀਐ। ਜੇ ਤੂੰ ਇਹ ਕੰਮ ਲੋਚਦਾ ਹੈ ਕਿ ਮੇਰੀ ਸੁਰਤ ਅੱਗੇ ਜਾਵੇ, ਇਹ ਰਾਸ ਪੂੰਜੀ ਮੇਰੇ ਕੋਲ ਰਵੇ, ਇਸ ਰਾਸ ਪੂੰਜੀ ਦੀ ਰੱਖਿਆ ਹੋਵੇ, ਕੇਵਲ ਇਹ ਵਚਨ ਧਨ ਵਾਸਤੇ ਨਹੀਂ ਹਨ, ਸੰਸਾਰੀ ਕੰਮਾਂ ਵਾਸਤੇ ਨਹੀਂ ਹਨ, ਸਗੋਂ ਇੱਥੇ ਵਚਨ ਆਪਣੀ ਸੁਰਤ ਦੀ ਰੱਖਿਆ ਵਾਸਤੇ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ। ਕੋਈ ਵੀ ਕੰਮ ਕਰਨਾ ਹੈ ਨਾ ਤਾਂ ਅਰਦਾਸ ਕਰਨੀ ਬਣਦੀ ਹੈ, ਕਿਉਂਕਿ ਸਭ ਤੋਂ ਵੱਡਾ ਕਾਰਜ ਹੀ ਸਾਡੀ ਜ਼ਿੰਦਗੀ ਦਾ ਇਹ ਹੈ ਕਿ ਸਾਡੀ ਇਹ ਸੁਰਤ ਪ੍ਰਭੂ ਤੱਕ ਪਹੁੰਚ ਜਾਏ। ਸਾਡੀ ਜ਼ਿੰਦਗੀ ਦਾ ਮਕਸਦ ਹੀ ਇਹ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਾਰਜ ਹੈ ਸਾਡੀ ਜ਼ਿੰਦਗੀ ਦਾ, ਮਕਸਦ ਹੈ ਸਾਡਾ ਇੱਥੇ ਸਾਰਿਆਂ ਦਾ। ਮਨੁੱਖਾ ਜੀਵਨ ਮਿਲਿਆ, ਇਹ ਸਾਡਾ ਮਕਸਦ ਹੈ ਸਾਰਿਆਂ ਦਾ। ਇਸ ਕਰਕੇ ਮਾਲਕ ਦੇ ਚਰਨਾਂ ਵਿੱਚ ਭਗਤ ਰਵਿਦਾਸ ਜੀ ਅਰਜ਼ੋਈ ਕਰ ਰਹੇ ਹਨ, ਅਰਦਾਸ ਕਰ ਰਹੇ ਹਨ। ਫਿਰ ਆਖਣ ਲੱਗੇ, ਕਹਿੰਦੇ ਹੋਂ ਬਣ ਜਾਰੋ ਰਾਮ ਕੋ, ਸਹਿਜ ਕਰੋ ਵਿਆਪਾਰ। ਆਖਣ ਲੱਗੇ, ਕਹਿੰਦੇ ਕੋ ਬਣ ਜਾਰੋ ਰਾਮ ਕੋ, ਕਹਿੰਦੇ ਹੋਂ ਬਣ ਜਾਰੋ ਰਾਮ ਕੋ। ਹੋਂ ਦਾ ਅਰਥ ਹੈ ਮੈਂ। ਆਖਣ ਲੱਗੇ ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ, ਵਣਜਾਰਾ ਹਾਂ। ਪ੍ਰਭੂ ਦੇ ਨਾਮ ਦਾ ਵਣਜਾਰਾ ਹਾਂ। ਅਸੀਂ ਹਾਂ ਵੈਸੇ ਸਾਰੇ ਹੀ ਵਣਜਾਰੇ, ਸਾਰੇ ਵਣਜ ਕਰਨ ਵਾਸਤੇ ਹੀ ਆਏ ਨੇ। ਔਰ ਗੁਰਬਾਣੀ ਨੇ ਸਾਨੂੰ ਆਖਿਆ ਵੀ ਹੈ, ਵਣਜ ਕਰੋ ਵਣਜਾਰਿਓ, ਵਖਰ ਲਿਹੋ ਸਮਾਲ। ਤੈਸੀ ਵਸਤ ਵਸਾਈਏ, ਜੈਸੀ ਨਿਭ ਹੈ ਨਾਲ। ਉਸ ਵਸਤ ਨੂੰ ਵਿਹਾਜ ਲਓ ਜਿਹੜੀ ਤੁਹਾਡੇ ਨਾਲ ਨਿਭਣੀ ਹੈ, ਕਿਉਂਕਿ ਅਸੀਂ ਸਾਰੇ ਹੀ ਵਣਜਾਰੇ ਹਾਂ। ਭਗਤ ਰਵਿਦਾਸ ਜੀ ਕਹਿ ਰਹੇ ਨੇ, ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ। ਹੋਂ ਵਣਜਾਰੋ ਰਾਮ ਕੋ, ਸਹਿਜ ਕਰੋ ਵਿਆਪਾਰ। ਬੱਬੇ ਨੂੰ ਥੱਲੇ ਅੱਧਾ ਪੱਪਾ ਪਿਆ, ਯਈਆ ਪਿਆ, ਵਿਆਪਾਰ। ਵਪਾਰ ਨਹੀਂ ਪੜਾਂਗੇ ਇਹਨੂੰ, ਵਿਆਪਾਰ ਯਈਆ ਲਾ ਕੇ ਪਾਠ ਕਰਾਂਗੇ। ਆਖਣ ਲੱਗੇ ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ, ਕਹਿੰਦੇ ਜਿਸ ਵਿੱਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਖੱਟਣੀ ਹੈ। ਸਹਿਜ ਕਰੂੰ, ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ। ਮੈਂ ਐਸਾ ਇਹ ਵਣਜ ਕਰ ਰਿਹਾ ਹਾਂ, ਮੈਂ ਪਰਮਾਤਮਾ ਦੇ ਨਾਮ ਦਾ ਵਣਜਾਰਾ ਹਾਂ, ਅਤੇ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ। ਇਸ ਦੇ ਵਿੱਚੋਂ ਕਮਾਈ। ਨਾਮ ਦਾ ਵਪਾਰ ਕਰਕੇ ਕੀ ਕਰਨਾ ਹੈ? ਬਾਣੀ ਪੜ੍ਹ ਕੇ ਕੀ ਕਰਨਾ ਹੈ? ਨਾਮ ਜਪ ਕੇ ਕੀ ਕਰਨਾ ਹੈ? ਸਿੱਟਾ ਤਾਂ ਇਹੀ ਹੈ ਨਾ ਕਿ ਸਹਿਜ ਅਵਸਥਾ ਬਣੇ, ਆਤਮਿਕ ਅਡੋਲਤਾ ਜੀਵਨ 'ਚ ਆਵੇ। ਜੇ ਸਾਰਾ ਕੁਝ ਕਰਨ ਤੋਂ ਬਾਅਦ ਵੀ ਆਤਮਿਕ ਅਡੋਲਤਾ ਨਹੀਂ ਆ ਰਹੀ, ਜੀਵਨ ਦੇ ਵਿੱਚ ਸਹਿਜ ਨਹੀਂ ਆ ਰਿਹਾ, ਤਾਂ ਮਾਫ਼ ਕਰਨਾ, ਕਿਸ ਵਪਾਰ ਦਾ ਲਾਭ ਕੀ ਹੈ? ਇਹ ਗੱਲ ਸੱਚ ਹੈ ਕਿ ਇਹ ਸਾਰੀ ਬੰਦਗੀ ਦਾ ਜਿਤਨਾ ਵੀ ਆਪਾਂ ਦੇਖਦੇ ਹਾਂ, ਨੇਮ ਪ੍ਰੇਮ ਬੰਦਗੀ ਦੇ ਜਿਤਨੇ ਵੀ ਨੇ, ਇਹਨਾਂ ਦੇ ਪਿੱਛੋਂ ਕਹਾਣੀ ਇੱਕੋ ਹੀ ਹੈ ਕਿ ਜੀਵਨ ਵਿੱਚ ਸਹਿਜ ਦੀ ਪ੍ਰਾਪਤੀ ਹੋਵੇ, ਆਤਮਿਕ ਅਡੋਲਤਾ ਆਵੇ। ਜੇ ਕੋਈ ਇਸ ਸਾਰੀਆਂ ਚੀਜ਼ਾਂ ਕਰਨ ਦੇ ਪਿੱਛੇ ਕੋਈ ਚੀਜ਼ ਦੀ ਮੰਗ ਹੈ, ਕੋਈ ਕਮਾਈ ਜਿਹੜੀ ਹੈ ਉਹ ਸਹਿਜ ਦੀ ਖੱਟੀ ਦੀ ਹਾਸਿਲ ਹੋਵੇ, ਕਿਉਂਕਿ ਸਹਿਜ ਅਵਸਥਾ ਪ੍ਰਾਪਤ ਹੋਵੇ। ਜੇ ਵਪਾਰੀ ਵੀ ਬਣ ਗਏ, ਵਪਾਰ ਵੀ ਕੀਤਾ, ਅਤੇ ਜੇ ਸਹਿਜ ਅਵਸਥਾ ਨਹੀਂ ਪ੍ਰਾਪਤ ਹੋਈ, ਸਮਝ ਲਓ ਕਿ ਅਸੀਂ ਘਾਟਾ ਖਾਇਆ ਸੌਦੇ ਵਿੱਚ। ਇਸ ਵਪਾਰ ਦੇ ਵਿੱਚ ਅਸੀਂ ਵਪਾਰ ਠੀਕ ਕਰਕੇ ਕਰ ਨਹੀਂ ਸਕੇ, ਅਸੀਂ ਵਪਾਰ ਨੂੰ ਸਮਝ ਨਹੀਂ ਸਕੇ। ਜੋ ਸਾਨੂੰ ਲਾਭ ਹੋਣਾ ਸੀ ਵਪਾਰ ਕਰਕੇ, ਉਹ ਲਾਭ ਅਸੀਂ ਪ੍ਰਾਪਤ ਨਾ ਕਰ ਸਕੇ। ਦੁਨੀਆ ਦੇ ਜਿਤਨੇ ਵੀ ਵਪਾਰ ਲੋਕ ਕਰਦੇ ਨੇ, ਲਾਭ ਵਾਸਤੇ ਕਰਦੇ ਨੇ, ਘਾਟੇ ਵਾਸਤੇ ਕੋਈ ਨਹੀਂ ਕਰਦਾ। ਹਰ ਇੱਕ ਬੰਦਾ ਲਾਭ ਵਾਸਤੇ ਵਪਾਰ ਕਰਦਾ। ਹਰ ਇੱਕ ਵਪਾਰੀ ਕੋਈ ਵੀ ਕੰਮ ਕਰ ਰਿਹਾ, ਕੋਈ ਵੀ ਵਪਾਰ ਮਨੁੱਖ ਕਰ ਰਿਹਾ, ਉਹ ਵਾਧੇ ਵਾਸਤੇ ਕਰ ਰਿਹਾ ਹੈ। ਅਤੇ ਜੇ ਅਸੀਂ ਨਾਮ ਜਪ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਸਤਸੰਗਤ ਕਰ ਰਹੇ ਹਾਂ,
ਇਹ ਸਾਰੀਆਂ ਚੀਜ਼ਾਂ ਪਿੱਛੋਂ ਸਾਨੂੰ ਸਹਿਜ ਅਵਸਥਾ ਮਿਲਣੀ ਚਾਹੀਦੀ, ਸਾਨੂੰ ਟਿਕਾਓ ਮਿਲਣਾ ਚਾਹੀਦਾ, ਆਤਮਿਕ ਅਡੋਲਤਾ ਹਾਸਲ ਹੋਣੀ ਚਾਹੀਦੀ ਹੈ। ਭਗਤ ਜੀ ਕਹਿੰਦੇ ਨੇ, ਕਹਿੰਦੇ ਮੈਂ ਵਪਾਰੀ ਹਾਂ ਅਤੇ ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿੱਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ, ਕਮਾਈ ਹਾਸਲ ਹੋਵੇ। ਮੈਂ ਰਾਮ ਨਾਮ ਤਨ ਲਾਧਿਆ ਵਿਖ ਲਾਧੀ ਸੰਸਾਰ। ਆਖਣ ਲੱਗੇ ਪ੍ਰਭੂ ਦੀ ਮਿਹਰ ਨਾਲ, ਪ੍ਰਭੂ ਦੇ ਨਾਮ ਦਾ ਮੈਂ ਸੌਦਾ ਲੱਦਿਆ ਹੈ। ਅਸੀਂ ਵੀ ਜੀਵਨ 'ਚ ਸਮਾਂ ਸਮਾਂ ਸਿਰ ਆਪਣੀ ਸੁਰਤ ਨੂੰ ਦੇਖੀਏ ਟਨਕਾ ਕੇ ਵੀ ਇਸ ਦੇ ਕੋਲ ਰਾਮ ਨਾਮ ਦਾ ਸੌਦਾ ਇਸ ਨੇ ਲੱਦਿਆ ਹੋਇਆ, ਕੀ ਨਾਮ ਸਾਡੀ ਸੁਰਤ 'ਚ ਟਿਕਿਆ ਹੋਇਆ ਜਾਂ ਸੁਰਤ ਖਾਲੀ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿੰਦੇ ਪ੍ਰਭੂ ਦੀ ਮਿਹਰ ਨਾਲ ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ, ਮੈਂ ਰਾਮ ਨਾਮ ਤਨ ਲਾਧਿਆ, ਤੇ ਨਾਲ ਕਹਿਣ ਲੱਗੇ ਵਿਖ ਲਾਧੀ ਸੰਸਾਰ। ਪਰ ਸੰਸਾਰ ਨੇ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਰੂਪ ਜ਼ਹਿਰ ਦਾ ਵਪਾਰ ਕੀਤਾ, ਵਿਖੀ ਲੱਦੀ ਹੋਈ ਹੈ। ਕਿਉਂਕਿ ਸੰਸਾਰ ਨੇ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਰੂਪ ਜ਼ਹਿਰ ਦਾ ਹੀ ਵਪਾਰ ਕੀਤਾ, ਇਹ ਵਿਖੀ ਲੱਦ ਕੇ ਤੁਰੇ ਹੋਏ ਨੇ। ਕਹਿੰਦੇ ਭਗਤ ਰਵਿਦਾਸ ਜੀ ਮੈਂ ਤੇ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਲਿਆ, ਕਿਉਂਕਿ ਇਹ ਨਾਮ ਦਾ ਸੌਦਾ ਆਪਣੇ ਸੁਰਤ ਦੇ ਉੱਤੇ ਲੱਦ ਲਿਆ, ਪਰ ਸੰਸਾਰ ਨੂੰ ਵੇਖੀਏ ਤੇ ਸੰਸਾਰ ਇਹ ਮਾਇਆ ਮੋਹ ਰੂਪੀ ਜ਼ਹਿਰ ਨੂੰ ਲੱਦੀ ਫਿਰਦਾ। ਸੱਚ ਹੈ, ਜੋ ਅਸੀਂ ਇਕੱਠਾ ਕਰ ਰਹੇ ਹਾਂ ਉਹੀ ਸਾਡੀ ਆਤਮਿਕ ਮੌਤ ਦਾ ਕਾਰਨ ਬਣਦਾ ਹੈ, ਜੋ ਅਸੀਂ ਇਕੱਠਾ ਕਰ ਰਹੇ ਹਾਂ। ਤਾਂ ਹੀ ਸਤਿਗੁਰ ਆਖਦੇ ਨੇ, ਮਹਾਰਾਜ ਬਾਣੀ 'ਚ ਆਖਦੇ ਨੇ, ਕਹਿੰਦੇ ਇਹ ਸੰਸਾਰ ਭਾਈ ਵਿਖ ਹੈ, ਬਾਬਾ ਵਿਖ ਦੇਖਿਆ ਸੰਸਾਰ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਵਾਹਿਗੁਰੂ ਜੀ ਮੇਰੀ ਰੱਖਿਆ ਕਰੋ, ਮੈਂ ਤੇਰੇ ਨਾਮ ਦਾ ਆਸਰਾ ਲੈ ਲਿਆ, ਮੈਨੂੰ ਤੇਰੇ ਨਾਮ ਦਾ ਆਸਰਾ ਹੈ। ਇਹ ਵਿਖ ਤੋਂ ਬਚਣਾ ਹੈ, ਇਹ ਵਿਖਿਆ ਹੈ ਸੰਸਾਰ, ਔਰ ਸੰਸਾਰ ਇਸ ਵਿਖਿਆ ਨੂੰ ਲੱਦੀ ਫਿਰਦਾ ਹੈ। ਇਹਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਵੀ ਆਖਦੇ ਨੇ ਕਿ ਸਾਡੀ ਹਾਲਤ ਐਸੀ ਹੈ, ਹਮ ਅੰਧਲੇ ਅੰਧ ਵਿਖੈ ਵਿਖ ਰਾਤੇ, ਕਿਉ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਇਹ ਸਾਡੀ ਹਾਲਤ ਹੈ, ਅਸੀਂ ਅਗਿਆਨੀ ਹਾਂ, ਹਮ ਅੰਧਲੇ ਅੰਧ, ਅਸੀਂ ਅੰਨੇ ਹੋਏ ਹੋਏ ਹਾਂ ਮਾਇਆ ਵਿੱਚ, ਔਰ ਮਾਇਆ ਰੂਪੀ ਵਿਖ ਲੱਦੀ ਹੋਈ ਹੈ। ਇਸ ਵਿੱਚ ਖਚਿਤਾਂ ਗਲਤਾਨ ਗੁਰੂ ਦੀ ਚਾਲ ਕਿਵੇਂ ਚੱਲੀਏ। ਭਗਤ ਰਵਿਦਾਸ ਜੀ ਵੀ ਇਸ ਤਰ੍ਹਾਂ ਸਮਝਾਉਣਾ ਚਾਹੁੰਦੇ ਨੇ ਕਿ ਜਦੋਂ ਮੈਂ ਸੰਸਾਰ ਨੂੰ ਦੇਖਦਾ, ਲੋਕਾਂ ਨੂੰ ਵੇਖਦਾ, ਜਿਹੜੀ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਰੂਪ ਜਿਹੜੀ ਵਿਖ ਹੈ ਨਾ, ਇਹ ਲੋਕ ਉਸ ਦਾ ਵਪਾਰ ਕਰਦੇ ਨੇ, ਕਿਉਂਕਿ ਮਾਇਆ ਵਿੱਚ ਗਲਤਾਨ ਹਨ। ਇਹ ਨਹੀਂ ਕਹਿ ਰਹੇ ਮਾਇਆ ਨਹੀਂ ਕਮਾਉਣੀ ਚਾਹੀਦੀ, ਕੰਮ ਨਹੀਂ ਕਰਨਾ ਚਾਹੀਦਾ। ਗੁਰਬਾਣੀ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਇਹ ਧਨ ਨਹੀਂ ਕਮਾਉਣਾ ਚਾਹੀਦਾ, ਪਰ ਕਿਤੇ ਐਸਾ ਨਾ ਹੋਵੇ ਕਿ ਇਹ ਕੱਚਾ ਧਨ ਸੰਚ ਕੇ ਇਕੱਠਾ ਕਰਕੇ ਕਿਤੇ ਹੋਰ ਅਵਸਥਾ ਨਾ ਸਾਡੀ ਬਣ ਜਾਏ। ਕਿਉਂਕਿ ਜਿਹੜਾ ਕੱਚਾ ਧਨ ਹੈ ਨਾ, ਇਸਦਾ ਜਦੋਂ ਕੋਈ ਵਪਾਰ ਕਰਦਾ ਹੈ ਤੇ ਉਹ ਕੱਚੇ ਧਨ ਨਾਲ ਹੀ ਜੁੜ ਜਾਂਦਾ ਹੈ। ਤੇ ਜਿਹੜਾ ਕੱਚਾ ਧਨ ਸੰਚਦਾ ਉਸਨੂੰ ਗੁਰੂ ਸਾਹਿਬ ਕਹਿੰਦੇ ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੋਲੇ ਅੰਧ ਗਵਾਰ, ਵੇਖਿਆ ਕਹਿ ਤਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਨਾ ਇਹ ਸਾਥ ਜਾਂਦਾ, ਨਾ ਪ੍ਰਾਪਤ ਦਾ ਅਰਥ ਹੈ ਕਿ ਇਸ ਦੇ ਵਿੱਚ ਸੰਤੋਖ ਵੀ ਪ੍ਰਾਪਤ ਨਹੀਂ ਹੁੰਦਾ। ਸਾਥ ਤਾਂ ਜਾਂਦਾ ਹੀ ਨਹੀਂ, ਇਹ ਵੇਖਿਆ ਤਾਂ ਇਹਦੇ ਵਿੱਚ ਸੰਤੋਖ ਵੀ ਪ੍ਰਾਪਤ ਨਹੀਂ ਹੁੰਦਾ। ਬੰਦਾ ਸੋਚੇ ਨਾ ਵੀ ਇੱਕ ਦਿਨ ਚਲੋ ਪੈਸਾ ਬਹੁਤਾ ਹੋ ਜਾਏਗਾ ਉतना ਮੈਂ ਸੰਤੋਖੀ ਹੋ ਜਾਵਾਂਗਾ, ਐਸੀ ਗੱਲ ਹੈ ਨਹੀਂ ਹੈ। ਜਿੰਨਾ ਪੈਸਾ ਵੱਧਦਾ ਰਹਿੰਦਾ ਹੈ ਉਤਨੀ ਮਨੁੱਖ ਦੀ ਬਿਰਤੀ ਜਿਹੜੀ ਹੈ
ਹੋਰ ਤ੍ਰਿਸ਼ਨਾ ਵਾਲੀ ਬਣਦੀ ਚਲੀ ਜਾਂਦੀ ਹੈ। ਇਸ ਕਰਕੇ ਭਗਤ ਜੀ ਕਹਿਣ ਲੱਗੇ, ਕਹਿੰਦੇ ਮੈਂ ਤੇ ਉਹ ਧਨ ਲੱਦ ਲਿਆ ਹੈ। ਫਿਰ ਕਹਿਣ ਲੱਗੇ, ਉਰ ਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ। ਦਾਨੀਆਂ ਦਾ ਅਰਥ ਹੈ ਜਾਣਨ ਵਾਲਿਓ। ਉਰ ਵਾਰ ਪਾਰ ਕੇ ਦਾਨੀਆਂ, ਉਰਲੇ ਤੇ ਪਰਲੇ ਪਾਸੇ ਦੇ ਜਾਣਨ ਵਾਲਿਓ। ਆਓ ਕਿ ਜੀਵਾਂ ਦੇ ਲੋਕ ਪਰਲੋਕ ਵਿੱਚ ਕੀਤੇ ਕੰਮਾਂ ਨੂੰ ਜਾਣਨ ਵਾਲੇ ਕੌਣ ਨੇ? ਚਿੱਤਰਗੁਪਤ। ਉਹ ਕੀ ਕਰਦੇ ਨੇ? ਸਾਡਾ ਲੇਖਾ ਲਿਖਦੇ ਨੇ। ਤੇ ਉਹ ਲੇਖਾ ਕਿੱਥੇ ਵਾਚਿਆ ਜਾਂਦਾ ਹੈ? ਧਰਮ ਰਾਜੇ ਦੇ ਕੋਲ। ਇਹਨਾਂ ਪੰਕਤੀਆਂ ਨੂੰ ਧਿਆਨ ਨਾਲ ਪੜ੍ਹਿਆ ਕਰੋ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਸਾ ਕੀ ਵਾਰ ਦੀ ਦੂਜੀ ਪੌੜੀ ਵਿੱਚ ਇੱਕ ਗੱਲ ਸਾਨੂੰ ਸਮਝਾਈ। ਮਹਾਰਾਜ ਕਹਿੰਦੇ, ਨਾਨਕ ਜੀ ਉਪਾਏ ਕੈ ਲਿਖ ਨਾਵੈ, ਧਰਮ ਵਾਲਿਆ ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਨ ਵਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੈ ਦੋਜਕ ਚਾਲਿਆ, ਤੇਰੇ ਨਾਏ ਰਤੇ ਸੇਜਣ ਗਏ ਹਾਰ ਗਏ, ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਵਾਲਿਆ। ਧਰਮ ਰਾਜੇ ਨੇ ਚਿੱਤਰਗੁਪਤ ਬਿਠਾਏ ਹੋਏ ਨੇ। ਇਸ ਗੱਲ ਨੂੰ ਵੀ ਸਮਝ ਲੈਣਾ, ਚਿੱਤਰਗੁਪਤ ਕੋਈ ਸਾਡੇ ਵਰਗੇ ਬੰਦੇ ਨਹੀਂ ਹਨ। ਧਰਮ ਰਾਜਾ ਵੀ ਕੋਈ ਸਾਡੇ ਵਰਗਾ ਬੰਦਾ ਨਹੀਂ ਹੈ। ਧਰਮ ਰਾਜੇ ਦਾ ਅਰਥ ਹੈ ਇੱਕ ਰੱਬੀ ਕਾਨੂੰਨ ਜੋ ਰੱਬ ਨੇ ਸਾਡੇ ਨਾਲ ਲਿਖ ਦਿੱਤਾ ਹੈ। ਇਹ ਕਰ ਕਰੇ ਸੋ ਇਹ ਕਰ ਪਾਏ। ਵੀ ਇੱਕ ਹੱਥ ਤੂੰ ਗਲਤੀ ਕਰ, ਦੂਜੇ ਹੱਥ ਤੇ ਸਜ਼ਾ ਪ੍ਰਾਪਤ ਕਰ ਲੈ। ਨਾਲ ਨਾਲ ਚੱਲ ਰਿਹਾ ਸਾਰਾ ਕੁਝ, ਸਾਨੂੰ ਦਿਖਾਈ ਨਹੀਂ ਦਿੰਦਾ ਇਹ, ਪਰ ਰੱਬੀ ਕਾਨੂੰਨ ਨਾਲੋਂ ਨਾਲ ਵਰਤ ਰਿਹਾ ਵਾਹਿਗੁਰੂ ਜੀ ਦਾ। ਉਹ ਸਾਨੂੰ ਦਿਖਾਈ ਨਹੀਂ ਦਿੰਦਾ। ਕੋਈ ਕੰਮ ਕਰਦੇ ਆ, ਜਦੋਂ ਦੁਖੀ ਹੁੰਦੇ ਆ ਨਾ, ਸਮਝ ਲਓ ਕਿ ਉਹ ਰੱਬੀ ਕਾਨੂੰਨ ਵਰਤ ਰਿਹਾ ਹੈ ਸਾਡੇ ਨਾਲ। ਰੱਬੀ ਕਾਨੂੰਨ ਸਾਡੇ ਨਾਲ ਵਰਤ ਰਿਹਾ। ਇਸ ਕਰਕੇ ਭਗਤ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਜੀਵ ਜਿਹੜੇ ਨੇ ਸੰਸਾਰ ਵਿੱਚ ਆਉਂਦੇ ਨੇ ਨਾ, ਤੇ ਉੱਥੇ ਨਾਲ ਨਾਲ ਇੱਕ ਰੱਬੀ ਕਾਨੂੰਨ ਹੈ, ਇੱਕ ਧਰਮ ਰਾਜਾ ਹੈ, ਇੱਕ ਚਿੱਤਰਗੁਪਤ ਜੋ ਸਾਡੇ ਉਹ ਚਿੱਤਰ ਜਿਹੜੇ ਗੁਪਤ ਨੇ ਉਹ ਵੀ ਲਿਖ ਰਹੇ ਹਨ। ਉਹਨਾਂ ਕੋਲ ਉਹ ਵੀ ਪਤਾ ਹੈ। ਇੱਕ ਰੱਬੀ ਕਾਨੂੰਨ ਵਿੱਚ ਉਹ ਗੱਲਾਂ ਸਾਰੀਆਂ ਫਿੱਟ ਨੇ ਜੋ ਸਾਨੂੰ ਭੁੱਲ ਗਈਆਂ, ਪਰ ਰੱਬੀ ਕਾਨੂੰਨ ਵਿੱਚ ਉਹ ਸਾਰੀਆਂ ਗੱਲਾਂ ਹਨ। ਅਸੀਂ ਕਹਿੰਦੇ ਹਾਂ ਨਾ ਵੀ ਹੁਣ ਸਾਨੂੰ ਸਜ਼ਾ ਕਿਉਂ, ਹੁਣ ਸਾਨੂੰ ਦੁੱਖ ਕਿਉਂ? ਅਸੀਂ ਤਾਂ ਜੋ 20 ਸਾਲ ਪਹਿਲਾਂ ਕਰਮ ਕੀਤਾ ਸੀ। ਜ਼ਰੂਰੀ ਨਹੀਂ ਕਿ ਅੱਜ ਹੀ ਬੂਟੇ ਨੂੰ ਬੀਜੋ ਤੇ ਅੱਜ ਹੀ ਫਲ ਆ ਜਾਏ। ਕਈ ਮਹੀਨੇ ਵੀ ਲੱਗ ਜਾਂਦੇ ਨੇ, ਸਾਲ ਵੀ ਲੱਗ ਜਾਂਦਾ ਹੈ। ਇਮਲੀ ਦਾ ਬੂਟਾ 33 ਸਾਲਾਂ ਬਾਅਦ ਫਲ ਦਿੰਦਾ ਹੈ। ਬੀਜ ਅੱਜ ਬੀਜਿਆ, ਫਲ 33 ਸਾਲਾਂ ਬਾਅਦ ਹੈ। ਕਰਮ ਅੱਜ ਕੀਤਾ, ਫਲ ਕਦੋਂ ਮਿਲਣਾ ਹੈ ਇਹ ਸਾਨੂੰ ਨਹੀਂ ਪਤਾ। ਇਹ ਕਈ ਵਾਰੀ ਭੁਲੇਖਾ ਹੁੰਦਾ ਨਾ ਵੀ ਹੁਣ ਫਲ ਕਿਉਂ ਮਿਲਦਾ ਹੈ, ਤੇ ਕਰਮ ਕਰਕੇ ਬਹੁਤ ਪਹਿਲਾਂ ਕੀਤਾ ਸੀ ਅਸੀਂ। ਨਹੀਂ ਭਾਈ, ਬੀਜ ਬੀਜਿਆ ਸੀ, ਉਹਦਾ ਫਲ ਮਿਲੇਗਾ। ਉਹ ਜਿਹੜਾ ਬੀਜ ਬੀਜਿਆ ਉਹ ਕਦੋਂ ਭਲੀਭੂਤ ਹੋਵੇਗਾ ਪਤਾ ਨਹੀਂ ਹੈ, ਪਰ ਉਸਦਾ ਫਲ ਜ਼ਰੂਰ ਮਿਲੇਗਾ। ਇਸ ਕਰਕੇ ਤਾਂ ਭਗਤ ਜੀ ਆਖਣ ਲੱਗੇ, ਕਹਿੰਦੇ ਨੇ ਉਰ ਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ। ਜੀਵਾਂ ਦੀਆਂ ਲੋਕ ਪਰਲੋਕਾਂ ਦੀਆਂ ਸਭ ਕਰਤੂਤਾਂ ਜਾਣਨ ਵਾਲੇ ਹੇ ਚਿੱਤਰਗੁਪਤ, ਕਹਿੰਦੇ ਮੇਰੇ ਬਾਰੇ ਜੋ ਤੁਹਾਡਾ ਜੀ ਕਰਦਾ ਹੈ ਲਿਖ ਲੈਣਾ। ਕਿੰਨੀ ਠੋਕ ਵਜਾ ਕੇ ਗੱਲ ਕਰ ਰਹੇ ਨੇ ਭਗਤ ਰਵਿਦਾਸ ਜੀ। ਹੇ ਚਿੱਤਰਗੁਪਤ, ਜੋ ਕੁਝ ਲਿਖਣਾ ਲਿਖ ਲੈਣਾ, ਮੇਰੇ ਬਾਰੇ ਜੋ ਕੁਝ ਲਿਖਣਾ ਹੈ। ਜਮਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿੱਚ ਕੋਈ ਗੱਲ ਤੁਹਾਨੂੰ ਲੱਭਣੀ ਨਹੀਂ ਜਿਹੜੀ ਤੁਸੀਂ ਧਰਮ ਰਾਜੇ ਦੇ ਕੋਲ ਪੇਸ਼ ਕਰ ਸਕੋ। ਤੁਸੀਂ ਜੋ ਲਿਖਣਾ ਲੇਖਾ ਲਿਖ ਲਓ, ਮੈਨੂੰ ਕੋਈ ਪਰਵਾਹ ਨਹੀਂ। ਕਿਉਂਕਿ ਲੇਖੇ ਦੀ ਪਰਵਾਹ ਉਹਨਾਂ ਨੂੰ ਜਿਹੜੇ ਕਿ ਐਸੇ ਕੰਮ ਕਰਦੇ ਨੇ ਜਿਸ ਕਰਕੇ ਲੇਖਾ ਦੇਣਾ ਪੈਂਦਾ ਹੈ। ਕਈ ਥਾਵਾਂ 'ਤੇ ਮੈਂ ਵੇਖਦਾ ਵਿਚਰਦਿਆਂ ਹੋਇਆਂ, ਜਿਹੜੇ ਲੋਕ ਹੇਰਾ ਫੇਰੀ ਕਰਦੇ ਉਹ ਪਤਾ ਕੀ ਕਹਿੰਦੇ ਨੇ, ਇਹ ਕੈਮਰੇ ਬੜੇ ਮਾੜੇ ਲੱਗ ਗਏ ਨੇ, CCTV ਕੈਮਰੇ ਲੱਗੇ ਨੇ। ਪਰ ਜਿਸ ਨੇ ਗਲਤ ਕਰਨੀ ਉਹਦੇ ਵਾਸਤੇ ਤਾਂ ਕੋਈ ਗੱਲ ਹੀ ਨਹੀਂ ਨਾ। ਜਿਸ ਨੇ ਹੇਰਾ ਫੇਰੀ ਕਰਨੀ ਹੈ, ਠੱਗੀ ਮਾਰਨੀ ਹੈ, ਚੋਰੀ ਕਰਨੀ ਹੈ, ਧੋਖਾ ਦੇਣਾ, ਉਸਦੇ ਵਾਸਤੇ ਨੇ ਨਾ।
ਪਰ ਸਹੀ ਬੰਦੇ ਵਾਸਤੇ ਨੂੰ ਤਾਂ ਕੋਈ ਫਰਕ ਨਹੀਂ, ਉਸ ਨੂੰ ਕੋਈ ਡਰ ਨਹੀਂ ਇਸ ਚੀਜ਼ ਦਾ, ਭਾਵੇਂ 1000 ਲੱਗ ਜਾਣ, ਚੱਪੇ ਚੱਪੇ ਤੇ ਲੱਗ ਜਾਣ, ਉਸ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਪਰ ਉਸ ਨੂੰ ਡਰ ਹੈ ਕਿ ਜਿਹੜਾ ਕਿ ਹੇਰਾ ਫੇਰੀ ਕਰਦਾ ਹੈ, ਚੋਰੀਆਂ ਕਰਦਾ ਹੈ, ਠੱਗੀਆਂ ਮਾਰਦਾ, ਧੋਖਾ ਦਿੰਦਾ, ਉਹ ਤਾਂ ਬੜੇ ਸਹਿਮ 'ਚ ਰਹਿੰਦਾ। ਇਹ ਕੈਮਰੇ ਕਿਉਂ ਲੱਗੇ? ਕੈਮਰੇ ਦੀ ਨਜ਼ਰ ਵਿੱਚ ਆ ਜਾਵਾਂਗੇ। ਭਗਤ ਰਵਿਦਾਸ ਜੀ ਕਹਿੰਦੇ ਨੇ, ਹੇ ਚਿੱਤਰਗੁਪਤ, ਲੋਕਾਂ ਦੇ ਲੇਖੇ ਲਿਖਣ ਵਾਲਿਓ, ਤੁਸੀਂ ਮੇਰਾ ਵੀ ਜੋ ਲੇਖਾ ਲਿਖਣਾ ਲਿਖ ਲਓ, ਜੋ ਜੀ ਕਰਦਾ ਉਹ ਲਿਖ ਲਓ। ਤੁਹਾਡੇ ਕੋਲ ਜਮਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿੱਚੋਂ ਕੋਈ ਵੀ ਗੱਲ ਤੁਹਾਨੂੰ ਲੱਭਣੀ ਨਹੀਂ। ਇਸਦਾ ਅਰਥ ਹੈ ਕਿ ਇਤਨੇ ਪਵਿੱਤਰ ਜੀਵਨ ਹੈ ਭਗਤ ਰਵਿਦਾਸ ਜੀ ਦਾ, ਜਿਨ੍ਹਾਂ ਦੇ ਜੀਵਨ ਵਿੱਚ ਕੋਈ ਵੀ ਖੋਟ, ਕੋਈ ਵੀ ਔਗਣ, ਕੋਈ ਵੀ ਬੁਰਾਈ ਨਹੀਂ ਹੈ। ਜੀਵਨ 'ਚ ਕੋਈ ਪਾਪ ਨਹੀਂ ਹੈ, ਕਿਉਂਕਿ ਲੇਖਾ ਤੇ ਉਸਦਾ ਹੈ ਨਾ ਜਿਹੜਾ ਪਾਪ ਨਾਲ ਜੁੜਿਆ ਹੈ। ਇਸ ਕਰਕੇ ਭਗਤ ਰਵਿਦਾਸ ਜੀ ਆਖਣ ਲੱਗੇ, ਕਹਿੰਦੇ ਮੈਨੂੰ ਹੁਣ ਕੋਈ ਡਰ ਨਹੀਂ ਤੁਹਾਡਾ। ਫਿਰ ਕਹਿਣ ਲੱਗੇ, ਮੋਹੇ ਜਮ ਡੰਡ ਨਾ ਲੱਗ ਗਈ, ਤਜੀਲੇ ਸਰਬ ਜੰਜਾਲ। ਆਖਣ ਲੱਗੇ ਕਿਉਂਕਿ ਪ੍ਰਭੂ ਦੀ ਕਿਰਪਾ ਨਾਲ ਮੈਂ ਸਾਰੇ ਜੰਜਾਲ ਛੱਡ ਦਿੱਤੇ ਹਨ, ਤਾਈਏ ਮੈਨੂੰ ਜਮ ਦਾ ਡੰਡ ਲੱਗਣਾ ਹੀ ਨਹੀਂ। ਕਿਉਂਕਿ ਜੰਜਾਲ ਕਰਾਂਗਾ, ਪਾਪ ਕਰਾਂਗਾ, ਜੰਜਾਲਾਂ ਵਿੱਚ ਪਵਾਂਗਾ ਤਾਂ ਜਮ ਦਾ ਡੰਡਾ ਹੈ। ਜੇ ਪਾਪ ਹੀ ਛੱਡ ਦਈਏ ਤਾਂ ਫਿਰ ਕੋਈ ਲੇਖਾ ਜੋਖਾ ਨਹੀਂ। ਉਚਾਰਨ ਕਰੋ ਸਤਿਨਾਮ। ਪਾਪਾਂ ਦਾ ਹੀ ਤਾਂ ਲੇਖਾ ਜੋਖਾ ਹੈ ਜੇ ਪਾਪ ਹੀ ਛੱਡ ਦਈਏ। ਜਿਹੜੀ ਪੌੜੀ ਤੁਹਾਡੇ ਨਾਲ ਸਾਂਝੀ ਕੀਤੀ ਇਸ ਕਰਕੇ ਕੀਤੀ ਸੀ ਕਿ ਗੱਲ ਪਕੜ ਲਈਏ। ਨਾਨਕ ਜੀ ਉਪਾਇ ਕੈ ਲਿਖ ਨਾਮੈ ਧਰਮ ਬਾਲਿਆ, ਉੱਥੇ ਸੱਚੇ ਹੀ ਸੱਚ ਨਿਵੜੈ, ਚੁਨ ਵਖ ਕੱਢੇ ਜਜਮਾਲਿਆ, ਥਾਉ ਨ ਪਾਇਨ ਕੂੜਿਆਰ, ਮੂੰਹ ਕਾਲੈ ਦੋਜਕ ਚਾਲਿਆ। ਤੇਰੇ ਨਾਏ ਰਤੇ ਸੇਜਣ ਗਏ, ਹਾਰ ਗਏ ਸੇ ਠੱਗਣ ਵਾਲੇ। ਜਿਹੜੇ ਨਾਮ ਦੇ ਵਿੱਚ ਰਤੇ ਗਏ ਉਹ ਜੀਵਨ ਦੀ ਬਾਜੀ ਜਿੱਤ ਗਏ, ਹਾਰ ਗਏ ਸੇ ਠੱਗਣ ਵਾਲੇ ਆ। ਜਿਹੜੇ ਇੱਥੇ ਠੱਗੀਆਂ ਠੋਰੀਆਂ ਮਾਰਦੇ ਰਹੇ ਉਹ ਜੀਵਨ ਦੀ ਬਾਜੀ ਹਾਰ ਗਏ। ਕਵੀ ਭਗਤ ਰਵਿਦਾਸ ਜੀ ਆਖ ਰਹੇ ਹਨ ਕਿ ਹੁਣ ਮੈਂ ਸਾਰੇ ਜੰਜਾਲ ਛੱਡ ਦਿੱਤੇ ਹਨ, ਸਾਰੇ ਪਾਪ ਛੱਡ ਦਿੱਤੇ ਹਨ। ਉਹ ਕੰਮ ਜਿਹੜੇ ਮੈਨੂੰ ਜੰਜਾਲਾਂ ਵਿੱਚ ਪਾਉਂਦੇ ਸਨ, ਇਸ ਮਾਇਆ ਵਿੱਚ ਗਲਤਾਨ ਕਰਦੇ ਸਨ, ਵਿਕਾਰਾਂ 'ਚ ਪਾਉਂਦੇ ਸਨ, ਉਹ ਸਾਰੀਆਂ ਚੀਜ਼ਾਂ ਮੈਂ ਛੱਡ ਦਿੱਤੀਆਂ, ਮੈਂ ਜੀਵਨ 'ਚੋਂ ਪਾਸੇ ਕਰ ਦਿੱਤੀਆਂ। ਫਿਰ ਆਖਣ ਲੱਗੇ, ਕਹਿੰਦੇ ਜੈਸਾ ਰੰਗ ਕੁਸੰਭ ਕਾ ਤੈਸਾ ਇਹ ਸੰਸਾਰ। ਆਖਣ ਲੱਗੇ ਜਿਉਂ ਜਿਉਂ ਮੈਂ ਨਾਮ ਦਾ ਵਣਜ ਕਰ ਰਿਹਾ ਹਾਂ, ਮੈਨੂੰ ਯਕੀਨ ਆ ਗਿਆ ਹੈ ਕਿ ਇਹ ਜਗਤ ਇਉਂ ਹੈ ਜਿਵੇਂ ਕੁਸੰਬੇ ਦਾ ਰੰਗ, ਉਹ ਸਦਾ ਨਹੀਂ ਰਹਿੰਦਾ। ਇਹ ਸੰਸਾਰ ਦਾ ਰੰਗ ਵੀ ਨਾਸਵੰਤ ਹੈ, ਸੰਸਾਰ ਦੇ ਪਦਾਰਥ ਵੀ ਨਾਸਵੰਤ ਹਨ। ਇਹਨਾਂ ਦਾ ਰੰਗ ਜਿਨ੍ਹਾਂ ਨੇ ਚਾੜਿਆ ਇਹ ਰੰਗ ਉਤਰ ਜਾਣਾ, ਇਹ ਸਦੀਵ ਨਹੀਂ ਰਹਿਣਾ। ਤਾਈ ਮਹਾਰਾਜ ਕਹਿੰਦੇ ਵਿਖੇ ਬਨ ਫੀਕਾ ਤਿਆਗ ਦੀ ਸਖੀਏ, ਨਾਮ ਮਹਾਰਸ ਪੀਓ। ਨਾਮ ਰਸ ਪੀ ਲੈ, ਇਹ ਫਿੱਕਾ ਹੈ, ਇਹਨੂੰ ਤਿਆਗ ਦੇ। ਕਿਉਂਕਿ ਜਿਹੜਾ ਕੁਸੰਬੇ ਦਾ ਰੰਗ ਹੈ ਇਸ ਨੇ ਲੱਥ ਜਾਣਾ, ਇਸ ਨੂੰ ਲੱਥਦਿਆਂ ਦੇਰ ਨਹੀਂ ਲੱਗਦੀ। ਤੈਸਾ ਰੰਗ ਕੁਸਮ ਕਾ, ਜੈਸਾ ਰੰਗ ਕੁਸਮ ਕਾ ਤੈਸਾ ਇਹ ਸੰਸਾਰ, ਇਉਂ ਇਹ ਜਗਤ ਹੈ ਜਿਵੇਂ ਕੁਸੰਬੇ ਦਾ ਰੰਗ। ਫਿਰ ਕਹਿਣ ਲੱਗੇ ਮੇਰੇ ਰਮਈਏ ਰੰਗ ਮਜੀਠ ਕਾ, ਕਹੋ ਰਵਿਦਾਸ ਚਮਾਰ। ਭਗਤ ਰਵਿਦਾਸ ਜੀ ਆਖ ਰਹੇ ਨੇ, ਹੇ ਚਮਾਰ ਰਵਿਦਾਸ ਆਖ ਮੇਰੇ ਪਿਆਰੇ ਰਾਮ ਦਾ, ਕਹਿੰਦੇ ਜੋ ਜਿਹੜਾ ਨਾਮ ਰੰਗ ਹੈ ਨਾ, ਇਉਂ ਹੈ ਜਿਵੇਂ ਮਜੀਠ ਦਾ ਰੰਗ ਹੈ ਪੱਕਾ, ਜਿਹੜਾ ਕਦੇ ਲੱਥਦਾ ਨਹੀਂ ਹੈ। ਰਾਮ ਰੰਗ ਕਦੇ ਉਤਰ ਨਾ ਜਾਏ। ਵਾਹਿਗੁਰੂ ਦੇ ਨਾਮ ਦਾ ਰੰਗ ਜਿਨ੍ਹਾਂ ਨੂੰ ਇੱਕ ਵਾਰੀ ਲੱਗਿਆ ਨਾ, ਉਹ ਕਦੀ ਫਿਰ ਲੈਂਦਾ ਨਹੀਂ। ਭਾਵੇਂ ਸਿਰ 'ਤੇ ਆਰਾ ਚੱਲ ਜਾਏ, ਭਾਵੇਂ ਦੇਗਾਂ ਵਿੱਚ ਕੋਈ ਉਬਾਲ ਦੇਵੇ, ਖੋਪੜ ਲਾ ਦੇਵੇ, ਬੰਦ ਕੱਢ ਦੇਵੇ, ਪਰ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਇਹ ਮਜੀਠ ਦਾ ਪੱਕਾ ਰੰਗ ਲੱਗ ਜਾਂਦਾ ਨਾ, ਉਹਨਾਂ ਨੂੰ ਕੋਈ ਫਰਕ ਨਹੀਂ। ਭਗਤ ਰਵਿਦਾਸ ਜੀ ਨੂੰ ਘੱਟ ਤਸੀਹੇ ਨਹੀਂ ਦਿੱਤੇ ਰਾਜੇ ਮਹਾਰਾਜਿਆਂ ਨੇ, ਉਸ ਵੇਲੇ ਦੇ ਲੋਕਾਂ ਨੇ, ਬ੍ਰਾਹਮਣਾਂ ਨੇ।
ਪਰ ਉਹਨਾਂ ਕੋਲ ਇਹ ਨਾਮ ਦਾ ਰੰਗ ਸੀ, ਜਿਹੜਾ ਕਿ ਸੰਸਾਰ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਨੇ ਆਪਣੇ ਜੀਵਨ ਨੂੰ ਜੀਵਿਆ ਔਰ ਉਸ ਪਰਮੇਸ਼ਰ ਦੇ ਨਾਮ ਦਾ ਵਪਾਰ ਆਪਣੇ ਜੀਵਨ 'ਚ ਕੀਤਾ ਔਰ ਸੱਚਾ ਜੀਵਨ ਬਣਾ ਲਿਆ। ਜੀਵਨ 'ਚ ਸਹਿਜ ਦੀ ਪ੍ਰਾਪਤੀ ਹੋ ਗਈ, ਜੀਵਨ ਦੇ ਵਿੱਚ ਜੰਜਾਲ ਮਿਟ ਗਏ। ਦੋ ਗੱਲਾਂ ਯਾਦ ਰੱਖਿਓ, ਜਿਸ ਨਾਲ ਅਸੀਂ ਸਹਿਜ ਦੇ ਵਪਾਰੀ ਬਣ ਜਾਵਾਂਗੇ, ਸਹਿਜ ਅਵਸਥਾ ਦੀ ਖੱਟੀ ਖੱਟ ਲਵਾਂਗੇ, ਸਹਿਜ ਵਿੱਚ ਆ ਜਾਵਾਂਗੇ, ਉਸ ਦੇ ਨਾਲ ਬਹੁਤ ਸਾਰੇ ਜੰਜਾਲ ਜੋ ਸਾਡੇ ਜੀਵਨ 'ਚ ਨੇ ਉਹ ਆਪੇ ਹੀ ਪਾਸੇ ਹੋ ਜਾਣਗੇ। ਕਦੋਂ ਅਲੋਪ ਹੋ ਜਾਣਗੇ ਸਾਨੂੰ ਪਤਾ ਵੀ ਨਹੀਂ ਚੱਲਣਾ ਵੀ ਇਹ ਜੰਜਾਲ ਜੀਵਨ 'ਚੋਂ ਕਿੱਥੇ ਚਲੇ ਗਏ, ਇਹ ਬੁਰਾਈਆਂ ਜੀਵਨ 'ਚੋਂ ਕਿੱਥੇ ਚਲੀ ਗਈਆਂ। ਗੁਰੂ ਕਿਰਪਾ ਕਰੇ ਕਿਤੇ ਸਹਿਜ ਦੀ ਅਵਸਥਾ ਸਾਡੀ ਸਾਰਿਆਂ ਦੀ ਬਣ ਸਕੇ, ਟਿਕਾਊ ਜੀਵਨ ਵਿੱਚ ਆ ਸਕੇ ਅਤੇ ਅਸੀਂ ਇਸ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ। ਫਿਰ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ, ਨਾਨਕ ਹਰਿ ਭਉ ਆਪੇ ਮਿਲੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਫਤਿਹ ਦੀ ਸਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।